ਭਗਤ ਨਾਮਦੇਵ ਜੀ ਨੇ ਆਪਣੀ ਜ਼ੁਬਾਨ ਤੋਂ ਸਭ ਤੋਂ ਪਹਿਲਾਂ ਬੋਲਣ ਦਾ ਜਿਹੜਾ ਸ਼ਬਦ ਕੱਢਿਆ ਸੀ ਉਹ ਬੀਠਲ ਦਾ ਸੀ। ਉਹ ਹੋਰ ਕੋਈ ਵੀ ਗੱਲ ਨਾ ਕਰਦੇ ਤੇ ਜਦੋਂ ਵੀ ਬੋਲਦੇ ਬਸ ਬੀਠਲ ਬੀਠਲ ਹੀ ਬੋਲਦੇ ਸਨ। ਜਦੋਂ ਨਾਮਦੇਵ ਜੀ ਵੱਡੇ ਹੋਏ ਜਾਂ ਕਹਿ ਲਓ 3-4 ਸਾਲ ਦੇ ਹੋ ਗਏ, ਉਹ ਬੀਠਲ ਬੀਠਲ ਬੋਲਦੇ ਨਾਲ ਨਾਲ ਨੱਚਣ ਵੀ ਲੱਗ ਜਾਂਦੇ ਤੇ ਪ੍ਰਭੂ ਦੇ ਰੰਗ ਵਿੱਚ ਕਿੰਨਾ ਚਿਰ ਮਸਤ ਰਹਿੰਦੇ। ਭਗਤ ਨਾਮਦੇਵ ਜੀ ਜਦੋਂ ਸਵੇਰੇ ਉੱਠਦੇ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਮੁਖ ਵਿੱਚੋਂ ਬਿਠਲ ਬਿਠਲ ਦੇ ਸ਼ਬਦ ਹੀ ਨਿਕਲਦੇ ਸਨ। ਭਗਤ ਜੀ ਦੀ ਮਾਤਾ ਕਈ ਵਾਰੀ ਉਹਨਾਂ ਨੂੰ ਹੋਰ ਕਈ ਗੱਲਾਂ ਸਿਖਾਉਂਦੇ, ਪਰ ਉਹਨਾਂ ਦੇ ਹਿਰਦੇ ਵਿੱਚ ਵਿਠਲ ਭਗਵਾਨ ਨੇ ਵਾਸ ਕਰ ਰੱਖਿਆ ਸੀ। ਭਗਤ ਜੀ ਦੇ ਪਿਤਾ ਸ਼੍ਰੀ ਦਾਮ ਸ਼ੇਠ ਜੀ ਸਵੇਰੇ ਉੱਠਦੇ, ਇਸ਼ਨਾਨ ਕਰਕੇ ਠਾਕੁਰ ਦੀ ਪੂਜਾ ਕਰਦੇ ਤੇ ਠਾਕੁਰ ਨੂੰ ਭੋਗ ਲਵਾਉਂਦੇ ਸਨ। ਭੋਗ ਲਵਾਉਣ ਵਾਸਤੇ ਦੁੱਧ ਲਈ ਉਹਨਾਂ ਨੇ ਆਪਣੇ ਘਰ ਇੱਕ ਕਪਲ ਗਊ ਰੱਖੀ ਹੋਈ ਸੀ। ਪੂਜਾ ਆਦਿ ਦਾ ਕੰਮ ਉਹ ਨਿਤਨੇਮ ਵਾਂਗ ਕਰਕੇ ਫਿਰ ਆਪਣੇ ਕੰਮਕਾਰ ਵਿੱਚ ਲੱਗ ਜਾਂਦੇ ਸਨ। ਜਦੋਂ ਸ਼੍ਰੀ ਨਾਮਦੇਵ ਜੀ ਦੀ ਉਮਰ 5 ਸਾਲ ਦੀ ਹੋਈ ਤਾਂ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ, ਮੈਂ ਵੀ ਤੁਹਾਡੇ ਨਾਲ ਜਾ ਕੇ ਠਾਕੁਰ ਦੀ ਪੂਜਾ ਕਰਾਂਗਾ। ਇਸ ਨਿੱਕੇ ਜਿਹੇ ਬਾਲ ਦੀਆਂ ਗੱਲਾਂ ਸੁਣ ਕੇ ਉਹ ਬੜੇ ਖੁਸ਼ ਹੋਏ ਕਿ ਨਾਮਦੇਵ ਜੀ ਦਾ ਈਸ਼ਵਰ ਭਗਤੀ ਵਿੱਚ ਇੰਨਾ ਪ੍ਰੇਮ ਹੈ। ਉਹਨਾਂ ਨੇ ਭਗਤ ਨਾਮਦੇਵ ਜੀ ਨੂੰ ਕਿਹਾ ਕਿ ਅਜੇ ਤੂੰ ਬਹੁਤ ਛੋਟਾ ਹੈ, ਜਦੋਂ ਕੁਝ ਵੱਡਾ ਹੋ ਜਾਏਗਾ ਤਾਂ ਮੈਂ ਤੈਨੂੰ ਆਪਣੇ ਨਾਲ ਠਾਕੁਰ ਜੀ ਨੂੰ ਭੋਗ ਲਵਾਉਣ ਵਾਸਤੇ ਲੈ ਚੱਲਿਆ ਕਰਾਂਗਾ। ਇਸ ਤੇ ਨਾਮਦੇਵ ਜੀ ਨੇ ਬਹੁਤ ਜ਼ਿੱਦ ਕੀਤੀ ਕਿ ਮੈਂ ਪੂਜਾ ਜ਼ਰੂਰ ਕਰਾਂਗਾ। ਤਾਂ ਉਹਨਾਂ ਦੇ ਪਿਤਾ ਜੀ ਨੇ ਕਿਹਾ ਕਿ ਪੁੱਤਰ ਨਾਮਦੇਵ, ਜੇਕਰ ਤੈਨੂੰ ਠਾਕੁਰ ਦੀ ਪੂਜਾ ਕਰਨ ਦਾ ਇੰਨਾ ਹੀ ਚਾਅ ਹੈ ਤਾਂ ਜਿਸ ਦਿਨ ਮੈਂ ਕਿਤੇ ਬਾਹਰ ਜਾਵਾਂਗਾ ਤਾਂ ਉਸ ਦਿਨ ਤੂੰ ਪੂਜਾ ਕਰ ਲਈ ਤੇ ਠਾਕੁਰ ਜੀ ਨੂੰ ਭੋਗ ਲਵਾ ਦੇਂ। ਇਸ ਬਾਰੇ ਮੈਂ ਤੈਨੂੰ ਸਾਰੀ ਵਿਧੀ ਦੱਸ ਕੇ ਜਾਵਾਂਗਾ। ਭਗਤ ਨਾਮਦੇਵ ਜੀ ਨੇ ਕਿਹਾ, ਪਿਤਾ ਜੀ, ਮੈਨੂੰ ਠਾਕੁਰ ਜੀ ਦੀ ਪੂਜਾ ਦੀ ਵਿਧੀ ਦਾ ਤੇ ਭੋਗ ਲਵਾਉਣ ਦਾ ਸਭ ਪਤਾ ਹੈ। ਬਸ ਉਸ ਦਿਨ ਤੋਂ ਸ਼੍ਰੀ ਨਾਮਦੇਵ ਜੀ ਇਹਨਾਂ ਹੀ ਸੋਚਾਂ ਵਿੱਚ ਰਹਿੰਦੇ ਸਨ ਕਿ ਪਿਤਾ ਜੀ ਕਦੋਂ ਬਾਹਰ ਜਾਣ ਤੇ ਮੈਂ ਠਾਕੁਰ ਦੀ ਪੂਜਾ ਕਰਕੇ ਆਪਣੇ ਹੱਥੀਂ ਉਹਨਾਂ ਨੂੰ ਭੋਗ ਲਗਾਵਾਂ ਤੇ ਪ੍ਰਭੂ ਜੀ ਦੇ ਦਰਸ਼ਨ ਕਰਾਂ। ਇਸ ਤਮੰਨਾ ਨੂੰ ਦਿਲ ਵਿੱਚ ਰੱਖ ਕੇ ਉਹ ਹਰ ਵੇਲੇ ਬਿਠਲ ਜੀ ਦਾ ਨਾਮ ਰਟਦੇ ਰਹਿੰਦੇ ਸਨ। ਜਦੋਂ ਭਗਤ ਨਾਮਦੇਵ ਜੀ ਦੀ ਉਮਰ 6-7 ਵਰ੍ਹਿਆਂ ਦੀ ਹੋਈ ਤਾਂ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਇੱਕ ਪਾਂਧੇ ਪਾਸ ਵਿਦਿਆ ਪ੍ਰਾਪਤ ਕਰਨ ਵਾਸਤੇ ਭੇਜ ਦਿੱਤਾ। ਪਾਂਧੇ ਨੇ ਭਗਤ ਨਾਮਦੇਵ ਜੀ ਨੂੰ ਸਭ ਤੋਂ ਪਹਿਲਾਂ ਤਖਤੀ ਉੱਪਰ ਓਮ ਅੱਖਰ ਪਾ ਕੇ ਦਿੱਤਾ ਤੇ ਕਿਹਾ ਕਿ ਨਾਮਦੇਵ, ਇਸ ਤਰ੍ਹਾਂ ਹੀ ਨਾਲੇ ਮੂੰਹੋਂ ਓਮ ਬੋਲੀ ਚੱਲ ਤੇ ਨਾਲੇ ਤਖਤੀ ਤੇ ਲਿਖੀ ਚੱਲ। ਪਰ ਨਾਮਦੇਵ ਜੀ ਤਖਤੀ ਤੇ ਗੋਲ ਚੱਕਰ ਜਿਹੇ ਪਾਈ ਜਾਣ ਤੇ ਆਪਣੇ ਮੂੰਹੋਂ ਸਿਰਫ ਬਿਠਲ ਬਿਠਲ ਹੀ ਕਹੀ ਜਾਣ। ਪਾਂਧੇ ਨੇ ਸੋਚਿਆ ਕਿ ਕੁਝ ਦਿਨ ਸਮਝਾਉਣ ਨਾਲ ਆਪੇ ਹੀ ਲਿਖਣਾ ਪੜ੍ਹਨਾ ਸ਼ੁਰੂ ਕਰ ਦੂਗਾ। ਜਦੋਂ ਕਿੰਨੇ ਦਿਨ ਬੀਤ ਗਏ ਤਦ ਵੀ ਨਾਮਦੇਵ ਜੀ ਬਿਠਲ ਬਿਠਲ ਦਾ ਹੀ ਜਾਪ ਕਰਦੇ ਰਹੇ। ਇਹ ਦੇਖ ਕੇ ਪਾਂਧੇ ਨੇ ਭਗਤ ਨਾਮਦੇਵ ਜੀ ਨੂੰ ਫਿਰ ਓਮ ਅੱਖਰ ਵਾਸਤੇ ਕਿਹਾ ਤਾਂ ਅੱਗੋਂ ਨਾਮਦੇਵ ਜੀ ਨੇ ਕਿਹਾ ਕਿ ਤੁਸੀਂ ਮੈਨੂੰ ਹੋਰ ਕੁਝ ਨਾ ਸਿਖਾਓ, ਮੈਨੂੰ ਸਿਰਫ ਹਰੀ ਭਗਵਾਨ ਬਿਠਲ ਦੀ ਹੀ ਪੂਜਾ ਕਰਨ ਬਾਰੇ ਦੱਸੋ। ਮੈਂ ਪ੍ਰਭੂ ਨੂੰ ਮਿਲ ਕੇ ਮੁਕਤੀ ਪ੍ਰਾਪਤ ਕਰਨਾ ਚਾਹੁੰਦਾ ਹਾਂ। ਨਿੱਕੇ ਜਿਹੇ ਬਾਲ ਦੇ ਮੁਖੋਂ ਇਹ ਮੁਕਤੀ ਪ੍ਰਾਪਤ ਕਰਨ ਦਾ ਬਚਨ ਸੁਣ ਕੇ ਪਾਂਧਾ ਹੈਰਾਨ ਰਹਿ ਗਿਆ ਤੇ ਉਸ ਵਕਤ ਨਾਮਦੇਵ ਜੀ ਦੇ ਪਿਤਾ ਸ਼੍ਰੀ ਦਾਮ ਸ਼ੇਠ ਨੂੰ ਸੱਦ ਕੇ ਲੱਖ ਲੱਖ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਤੁਸੀਂ ਧੰਨ ਹੋ ਜਿਨ੍ਹਾਂ ਦੇ ਗ੍ਰਹਿ ਇਹ ਰੱਬ ਦਾ ਪਿਆਰਾ ਭਗਤ ਜਨਮਿਆ ਹੈ, ਜਿਸ ਨੂੰ ਸਭ ਗੱਲਾਂ ਦਾ ਇੰਨੀ ਛੋਟੀ ਉਮਰ ਵਿੱਚ ਹੀ ਗਿਆਨ ਹੈ। ਮੈਂ ਇਸ ਨੂੰ ਕੀ ਪੜ੍ਹਾਵਾਂ ਜਿਹੜਾ ਧੁਰ ਦਰਗਾਹੋਂ ਹਰੀ ਦੇ ਨਾਮ ਦੀ ਵਿਦਿਆ ਪੜ੍ਹ ਕੇ ਆਇਆ ਹੈ। ਇਹ ਤਾਂ ਈਸ਼ਵਰ ਦਾ ਭਗਤ ਹੈ ਜੋ ਹਨੇਰੇ ਵਿੱਚ ਭਟਕ ਰਹੇ ਲੋਕਾਂ ਨੂੰ ਗਿਆਨ ਦਾ ਦੀਪਕ ਜਗਾ ਕੇ ਮਨਾਂ ਵਿੱਚ ਚਾਨਣ ਕਰੇਗਾ ਤੇ ਜੀਵਾਂ ਦਾ ਉਧਾਰ ਕਰੇਗਾ। ਭਗਤ ਨਾਮਦੇਵ ਜੀ ਕਈ ਵਾਰੀ ਆਪਣੇ ਪਿਤਾ ਜੀ ਨੂੰ ਕਹਿੰਦੇ ਸਨ ਕਿ ਮੈਨੂੰ ਠਾਕੁਰ ਜੀ ਦੀ ਪੂਜਾ ਕਰਨ ਦੀ ਆਗਿਆ ਦਿਓ। ਇਸ ਤੇ ਉਹਨਾਂ ਦੇ ਪਿਤਾ ਜੀ ਸ਼੍ਰੀ ਦਾਮ ਸ਼ੇਠ ਜੀ ਕਹਿ ਦਿੰਦੇ, ਪੁੱਤਰ, ਹਲੇ ਤੂੰ ਛੋਟਾ ਹੈ, ਪਰ ਜਿਸ ਦਿਨ ਮੈਂ ਕਿਤੇ ਬਾਹਰ ਜਾਵਾਂਗਾ ਉਸ ਦਿਨ ਤੂੰ ਠਾਕੁਰ ਜੀ ਦੀ ਪੂਜਾ ਕਰ ਲਈ। ਕਾਫੀ ਸਮਾਂ ਨਾਮਦੇਵ ਜੀ ਨੂੰ ਇਸ ਤਰ੍ਹਾਂ ਉਡੀਕ ਵਿੱਚ ਲੰਘ ਗਿਆ। ਇੱਕ ਦਿਨ ਸ਼੍ਰੀ ਦਾਮ ਸ਼ੇਠ ਨੇ ਆਪਣੇ ਪੁੱਤਰ ਨਾਮਦੇਵ ਜੀ ਨੂੰ ਕਿਹਾ, ਮੈਂ ਅੱਜ ਕਿਤੇ ਪੰਡਰਪੁਰ ਤੋਂ ਦੂਰ ਜਾ ਰਿਹਾ ਹਾਂ ਤੇ ਅੱਜ ਹੀ ਵਾਪਸ ਨਹੀਂ ਆ ਸਕੂੰਗਾ। ਤੂੰ ਸਵੇਰੇ ਸੁਬਾਹ ਉੱਠ ਕੇ ਇਸ਼ਨਾਨ ਕਰੀ
ਤੇ ਜੋ ਵੀ ਸਮੱਗਰੀ ਠਾਕਰ ਜੀ ਦੇ ਭੋਗ ਵਾਸਤੇ ਚਾਹੀਦੀ ਹੈ ਉਹ ਅੱਜ ਹੀ ਇਕੱਠੀ ਕਰਕੇ ਰੱਖ ਲੈ। ਗਾਂ ਦਾ ਦੁੱਧ ਗੜਵੇ ਵਿੱਚ ਤੇ ਬਾਕੀ ਨਿਵੇਦ ਥਾਲ ਵਿੱਚ ਪਾ ਕੇ ਠਾਕਰ ਜੀ ਦੇ ਮੰਦਰ ਚਲਾ ਜਾਈਂ। ਠਾਕਰ ਜੀ ਦੀ ਪੂਜਾ ਕਰਕੇ ਘੰਟੀ ਖੜਕਾਈ ਤੇ ਭੋਗ ਲਵਾ ਕੇ ਫਿਰ ਘਰ ਨੂੰ ਆ ਜੀ। ਭਗਤ ਨਾਮਦੇਵ ਜੀ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਤੁਸੀਂ ਬਿਲਕੁਲ ਕਿਸੇ ਗੱਲ ਦਾ ਫਿਕਰ ਨਾ ਕਰਿਓ, ਮੈਂ ਠਾਕਰ ਜੀ ਦੀ ਪੂਜਾ ਇੰਨੀ ਦਿਲ ਲਾ ਕੇ ਕਰਾਂਗਾ ਕਿ ਤੁਸੀਂ ਬੇਸ਼ੱਕ ਕੱਲ੍ਹ ਆ ਕੇ ਪੁੱਛ ਲੈਣਾ, ਤੁਹਾਨੂੰ ਠਾਕੁਰ ਜੀ ਮੇਰੇ ਬਾਰੇ ਸ਼ਿਕਾਇਤ ਨਹੀਂ ਕਰਨਗੇ। ਦਾਮ ਸ਼ੇਠ ਜੀ ਨਾਮਦੇਵ ਜੀ ਦੀ ਇਸ ਗੱਲ ਤੇ ਹੱਸ ਪਏ। ਭਗਤ ਨਾਮਦੇਵ ਜੀ ਨੇ ਸਵੇਰ ਲਈ ਸਾਰੀ ਸਮੱਗਰੀ ਇਕੱਠੀ ਕਰ ਲਈ। ਉਹਨਾਂ ਦਾ ਇੱਕ ਇੱਕ ਮਿੰਟ, ਪਹਿਰੇ ਤੇ ਘੰਟੇ ਦਿਨਾਂ ਵਾਂਗ ਗੁਜ਼ਰ ਰਹੇ ਸਨ। ਉਹ ਠਾਕੁਰ ਜੀ ਦੀ ਪੂਜਾ ਕਰਨ ਨੂੰ ਬੇਚੈਨ ਸਨ ਕਿ ਕਦੋਂ ਰਾਤ ਤੋਂ ਪਿੱਛੋਂ ਸਵੇਰਾ ਹੋਵੇ ਤੇ ਮੈਂ ਆਪਣੇ ਪ੍ਰਭੂ ਨੂੰ ਜਾ ਕੇ ਮਿਲਾਂ। ਅਖੀਰ ਇੰਤਜ਼ਾਰ ਦਾ ਵਕਤ ਖਤਮ ਹੋ ਗਿਆ। ਸਵੇਰ ਹੋਈ ਤੇ ਨਾਮਦੇਵ ਜੀ ਨੇ ਇਸ਼ਨਾਨ ਕਰਕੇ ਗਊ ਚੋਈ, ਫਿਰ ਦੁੱਧ ਨੂੰ ਕਟੋਰੇ ਵਿੱਚ ਪਾ ਕੇ ਠਾਕੁਰ ਜੀ ਨੂੰ ਭੋਗ ਲਵਾਉਣ ਲਈ ਸਮੱਗਰੀ ਥਾਲ ਵਿੱਚ ਪਾ ਕੇ ਮੰਦਰ ਵੱਲ ਤੁਰ ਪਏ। ਭਗਤ ਜੀ ਨੇ ਸਾਰੀ ਪੂਜਾ ਉਸ ਤਰ੍ਹਾਂ ਹੀ ਕੀਤੀ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਜੀ ਨੇ ਸਮਝਾਇਆ ਸੀ। ਭਗਤ ਜੀ ਨੇ ਦੁੱਧ ਵਾਲਾ ਗੜਵਾ ਤੇ ਨਿਵੇਦ ਵਾਲੀ ਥਾਲੀ ਬਿਠਲ ਭਗਵਾਨ ਜੀ ਦੇ ਅੱਗੇ ਰੱਖ ਕੇ ਟੱਲੀ ਨੂੰ ਖੜਕਾਇਆ ਤੇ ਪ੍ਰਭੂ ਅੱਗੇ ਬੈਠ ਕੇ ਅੱਖਾਂ ਮੀਟ ਕੇ ਬੇਨਤੀ ਕਰਨ ਲੱਗੇ, ਹੇ ਪ੍ਰਭੂ ਜੀ, ਹੇ ਬਿਠਲ ਭਗਵਾਨ, ਨਾਥਾਂ ਦੇ ਨਾਥ, ਹੇ ਬੰਸਰੀ ਵਾਲੇ, ਮੈਂ ਤੁਹਾਡਾ ਸੇਵਕ ਤੁਹਾਡੇ ਵਾਸਤੇ ਦੁੱਧ ਤੇ ਨਿਵੇਦ ਲੈ ਕੇ ਆਇਆ ਹਾਂ ਤੇ ਤੁਹਾਡੀ ਭੇਟਾ ਵਿੱਚ ਰੱਖੇ ਹਨ, ਤੁਸੀਂ ਸਵੀਕਾਰ ਕਰੋ ਤੇ ਭੋਗ ਲਾਓ। ਭਗਤ ਨਾਮਦੇਵ ਜੀ ਨੂੰ ਇਹ ਨਹੀਂ ਸੀ ਪਤਾ ਕਿ ਉਹਨਾਂ ਦੇ ਪਿਤਾ ਜੀ ਪੂਜਾ ਕਰਕੇ ਆਪਣੇ ਹੱਥਾਂ ਨਾਲ ਹੀ ਦੁੱਧ ਤੇ ਨਿਵੇਦ ਠਾਕੁਰ ਜੀ ਦੇ ਮੂੰਹ ਨੂੰ ਛੁਹਾ ਕੇ ਘਰ ਲੈ ਜਾਂਦੇ ਹਨ। ਉਹ ਤਾਂ ਇਹ ਸਮਝਦੇ ਸਨ ਕਿ ਸਭ ਕੁਝ ਠਾਕੁਰ ਜੀ ਨੂੰ ਭੋਗ ਲਵਾ ਕੇ ਭਾਵ ਖਵਾ ਕੇ ਘਰ ਨੂੰ ਵਾਪਸ ਜਾਂਦੇ ਹਨ। ਕਈ ਲਿਖਾਰੀ ਇਸ ਨਾਲ ਸੰਬੰਧਿਤ ਕਰਕੇ ਲਿਖ ਦਿੰਦੇ ਹਨ ਕਿ ਭਗਤ ਨਾਮਦੇਵ ਜੀ ਪਹਿਲਾਂ ਹੀ ਰੋਜ਼ ਆਪਣੇ ਪਿਤਾ ਜੀ ਨਾਲ ਠਾਕੁਰ ਦੀ ਪੂਜਾ ਕਰਨ ਮੰਦਰ ਜਾਇਆ ਕਰਦੇ ਸਨ। ਉਹ ਆਪ ਹੀ ਲਿਖ ਕੇ ਉਸ ਵਿੱਚ ਗਲਤ ਨੁਕਤੇ ਪੇਸ਼ ਕਰ ਦਿੰਦੇ ਹਨ। ਇਹ ਤਾਂ ਘੱਟ ਤੋਂ ਘੱਟ ਦਿਮਾਗ ਰੱਖਣ ਵਾਲਾ ਆਦਮੀ ਵੀ ਸਮਝ ਸਕਦਾ ਹੈ ਕਿ ਜੇਕਰ ਨਾਮਦੇਵ ਜੀ ਪਹਿਲਾਂ ਤੋਂ ਹੀ ਆਪਣੇ ਪਿਤਾ ਜੀ ਨਾਲ ਪੂਜਾ ਕਰਨ ਲਈ ਆਉਂਦੇ ਹੁੰਦੇ ਤਾਂ ਉਹ ਵੀ ਪੂਜਾ ਉਸ ਤਰ੍ਹਾਂ ਹੀ ਕਰਦੇ ਜਿਵੇਂ ਉਹਨਾਂ ਦੇ ਪਿਤਾ ਜੀ ਕਰਦੇ ਸਨ। ਤੇ ਜੇਕਰ ਸਮਝ ਲਓ ਕਿ ਉਹਨਾਂ ਦੇ ਦਿਲ ਵਿੱਚ ਇਹ ਗੱਲ ਸੀ ਕਿ ਲਿਆਂਦੀ ਸਮੱਗਰੀ ਤੇ ਦੁੱਧ ਠਾਕੁਰ ਜੀ ਨੂੰ ਭੋਗ ਲਵਾ ਕੇ ਘਰ ਨੂੰ ਕਿਉਂ ਨਹੀਂ ਜਾਂਦੇ, ਅਰਥਾਤ ਸਭ ਕੁਝ ਵਾਪਸ ਲੈ ਜਾਂਦੇ ਹਨ, ਤਾਂ ਉਹ ਇਹ ਗੱਲ ਆਪਣੇ ਪਿਤਾ ਜੀ ਕੋਲੋਂ ਹੀ ਪੁੱਛ ਲੈਂਦੇ ਕਿ ਸਿਰਫ ਠਾਕੁਰ ਜੀ ਦੇ ਸਭ ਕੁਝ ਅੱਗੇ ਰੱਖਣ ਨਾਲ ਹੀ ਭੋਗ ਲੱਗ ਜਾਂਦਾ ਹੈ। ਸੋ ਇਹ ਕਹਿਣਾ ਗਲਤ ਹੈ ਕਿ ਭਗਤ ਜੀ ਆਪਣੇ ਪਿਤਾ ਜੀ ਨਾਲ ਪਹਿਲਾਂ ਤੋਂ ਹੀ ਮੰਦਰ ਵਿੱਚ ਪੂਜਾ ਕਰਨ ਲਈ ਜਾਂਦੇ ਸਨ। ਜਦੋਂ ਭਗਤ ਜੀ ਨੇ ਅੱਖਾਂ ਮੀਟ ਕੇ ਠਾਕੁਰ ਜੀ ਨੂੰ ਨਿਮਰਤਾ ਸਹਿਤ ਭੋਗ ਲਾਉਣ ਲਈ ਬੇਨਤੀ ਕੀਤੀ ਤਾਂ ਉਹ ਕੀ ਵੇਖਦੇ ਹਨ ਕਿ ਪ੍ਰਭੂ ਜਿਉਂ ਦਾ ਤਿਉਂ ਹੀ ਮੂਰਤੀ ਬਣਿਆ ਪਹਿਲੇ ਵਾਂਗ ਹੀ ਖਲੋਤਾ ਹੈ। ਭਗਤ ਜੀ ਨੇ ਫੇਰ ਬੇਨਤੀ ਕੀਤੀ, ਹੇ ਦੀਨਾਨਾਥ, ਜਗਤ ਦੇ ਪਾਲਣਹਾਰੇ, ਜੇਕਰ ਦਾਸ ਕੋਲੋਂ ਕੋਈ ਗਲਤੀ ਹੋ ਗਈ ਹੈ ਤਾਂ ਖਿਮਾ ਮੰਗਦਾ ਹਾਂ, ਪਰ ਮੇਰੀ ਇਹ ਤੁੱਛ ਜਿਹੀ ਭੇਟਾ ਸਵੀਕਾਰ ਕਰੋ। ਜਦੋਂ ਦੂਸਰੀ ਵਾਰੀ ਭਗਤ ਜੀ ਦੇ ਕਹਿਣ ਤੇ ਵੀ ਠਾਕੁਰ ਨੇ ਭੋਗ ਨਾ ਲਾਇਆ ਤਾਂ ਭਗਤ ਜੀ ਗੁੱਸੇ ਵਿੱਚ ਆ ਕੇ ਬੋਲੇ ਕਿ ਰਾਮ ਅਵਤਾਰ ਵਿੱਚ ਤੁਸੀਂ ਭੀਲਣੀ ਦੇ ਝੂਠੇ ਬੇਰ ਖਾਦੇ ਸੀ ਤੇ ਬੰਸੀ ਵਾਲਾ ਬਣ ਕੇ ਬਿਦਰ ਦਾ ਅਲੂਣਾ ਸਾਗ ਖਾਦਾ ਸੀ ਤੇ ਮੇਰੇ 2 ਵਾਰੀ ਬੇਨਤੀ ਕਰਨ ਤੇ ਵੀ ਤੁਸੀਂ ਭੇਟਾ ਕਬੂਲ ਨਹੀਂ ਕੀਤੀ, ਤਾਂ ਮੇਰੇ ਜੀਵਨ ਦਾ ਕੋਈ ਧਰਮ ਨਹੀਂ, ਮੈਂ ਆਪਣੇ ਪ੍ਰਾਣ ਤਿਆਗ ਦਿਆਂਗਾ। ਭਗਤ ਜੀ ਨੇ ਜਦੋਂ ਇਹ ਗੱਲਾਂ ਭਗਵਾਨ ਨੂੰ ਕਹੀਆਂ ਤਾਂ ਭਗਵਾਨ ਜੀ ਦੇ ਬੁੱਤ ਵਿੱਚੋਂ ਕਾਫੀ ਉੱਚੀ ਹੱਸਣ ਦੀ ਆਵਾਜ਼ ਆਈ ਤੇ ਫਿਰ ਭਗਵਾਨ ਜੀ ਬੋਲੇ, ਹੇ ਨਾਮਦੇਵ, ਮੇਰੇ ਹਿਰਦੇ ਵਿੱਚ ਆਪਣੇ ਪਿਆਰੇ ਭਗਤਾਂ ਦਾ ਹੀ ਵਾਸਾ ਹੈ, ਮੈਂ ਉਹਨਾਂ ਦਾ ਦਿਲ ਕਿਵੇਂ ਤੋੜ ਸਕਦਾ ਹਾਂ। ਜੇ ਪਹਿਲੇ ਸਮਿਆਂ ਵਿੱਚ ਮੈਂ ਆਪਣੇ ਭਗਤਾਂ ਦੀਆਂ ਭੇਟਾਂ ਲਿਆਂਦੀਆਂ ਵਸਤੂਆਂ ਨੂੰ ਗ੍ਰਹਿਣ ਕੀਤਾ ਹੈ ਤੇ ਹੁਣ ਮੈਂ ਤੇਰੀਆਂ ਵਸਤੂਆਂ ਨੂੰ ਵੀ ਬੜੇ ਆਨੰਦ ਨਾਲ ਭੋਗ ਲਾਵਾਂਗਾ। ਇੰਨਾ ਕਹਿ ਕੇ ਸਾਕਾਰ ਰੂਪ ਵਿੱਚ ਭਗਵਾਨ ਜੀ ਪ੍ਰਗਟ ਹੋਏ ਤੇ ਭਗਤ ਜੀ ਦੀਆਂ ਲਿਆਂਦੀਆਂ ਚੀਜ਼ਾਂ ਨੂੰ ਭੋਗ ਲਾ ਕੇ ਕਿਹਾ, ਨਾਮਦੇਵ, ਤੁਸੀਂ ਰੋਜ਼ ਹੀ ਮੇਰੇ ਖਾਣ ਪੀਣ ਦੀਆਂ ਵਸਤੂਆਂ ਲੈ ਕੇ ਆਪ ਆਇਆ ਕਰੋ ਤੇ ਮੈਨੂੰ ਭੋਗ ਲਵਾਇਆ ਕਰੋ। ਬਾਕੀ ਸਭ ਝੂਠੀ ਪੂਜਾ ਕਰਨ ਵਾਲੇ ਮੈਨੂੰ ਸਦੀਆਂ ਤੋਂ ਭੁੱਖਿਆਂ ਰੱਖ ਰਹੇ ਹਨ।
ਉਸ ਵਕਤ ਭਗਤ ਜੀ ਨੇ ਬੜੀ ਖੁਸ਼ੀ ਨਾਲ ਇੱਕ ਸ਼ਬਦ ਦਾ ਉਚਾਰਨ ਕੀਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਦਰਜ ਹੈ। ਦੂਧ ਕਟੋਰੈ ਗੜਵੈ ਪਾਣੀ, ਕਪਲ ਗਾਏ ਨਾਮੈ ਦੋਹੇ ਆਨੀ। दूध पियो गोबिंदे राये, दूध पियो मेरो मन पति आए। नाही ता घर को बाप रिसाए, रहाओ। सोयन कटोरी अमृत भरी, लै नामै हर आज्ञा धरी। एक भगत मेरे हृदय बसै, नामे देख नारायण हसै। दूध पियाए भगत घर गया, नामे हर का दर्शन पाया। ਇਸ ਸ਼ਬਦ ਦੇ ਅਰਥ ਇਸ ਪ੍ਰਕਾਰ ਹਨ। ਇੱਕ ਗੜਵੇ ਵਿੱਚ ਪਾਣੀ ਤੇ ਦੂਜੇ ਕਟੋਰੇ ਵਿੱਚ ਕਪਲ ਗਊ ਦਾ ਦੁੱਧ ਲਿਆ ਕੇ ਠਾਕੁਰ ਜੀ ਦੇ ਅੱਗੇ ਰੱਖਿਆ ਹੈ। ਬੇਨਤੀ ਕੀਤੀ ਹੈ, ਗੋਬਿੰਦ ਰਾਏ, ਦੀਨ ਦਿਆਲ ਪ੍ਰਭੂ ਜੀ, ਇਹ ਮੇਰਾ ਦੁੱਧ ਪੀਓ ਤਾਂ ਮੇਰੇ ਮਨ ਨੂੰ ਧੀਰਜ ਆਵੇ। ਜੇਕਰ ਤੁਸੀਂ ਭੋਗ ਨਾ ਲਾਇਆ ਤਾਂ ਘਰ ਗਏ ਨੂੰ ਮੇਰਾ ਬਾਪ ਨਾਰਾਜ਼ ਹੋਵੇਗਾ। ਹੇ ਪ੍ਰਭੂ ਜੀ, ਤੁਸੀਂ ਇਹ ਦੁੱਧ ਨਾ ਸਮਝੋ, ਇਹ ਸੋਨੇ ਦੇ ਕਟੋਰੇ ਵਿੱਚ ਪਿਆ ਅੰਮ੍ਰਿਤ ਸਮਝੋ ਜੋ ਨਾਮੇ ਨੇ ਤੁਹਾਡੇ ਅੱਗੇ ਲਿਆ ਕੇ ਰੱਖਿਆ ਹੈ। ਤਦ ਭਗਵਾਨ ਜੀ ਨਾਮੇ ਨੂੰ ਦੇਖ ਕੇ ਹੱਸ ਪਏ ਤੇ ਕਿਹਾ ਕਿ ਭਗਤ ਮੇਰੇ ਹਿਰਦੇ ਵਿੱਚ ਵਸਦੇ ਹਨ, ਤੇ ਨਾਲ ਹੀ ਭਗਤ ਜੀ ਦੀਆਂ ਭੇਟ ਕੀਤੀਆਂ ਚੀਜ਼ਾਂ ਨੂੰ ਭੋਗ ਲਾ ਲਿਆ। ਭਗਵਾਨ ਜੀ ਨੂੰ ਦੁੱਧ ਪਿਆ ਕੇ ਖੁਸ਼ੀ ਨਾਲ ਘਰ ਆ ਗਏ, ਕਿਉਂਕਿ ਭਗਤ ਨਾਮਦੇਵ ਜੀ ਨੇ ਪ੍ਰਭੂ ਦਾ ਦਰਸ਼ਨ ਪਾ ਲਿਆ ਸੀ। ਜਦੋਂ ਭਗਤ ਜੀ ਵਾਪਸ ਘਰ ਨੂੰ ਚੱਲੇ ਤਾਂ ਭਗਵਾਨ ਨੇ ਕਿਹਾ ਕਿ ਤੂੰ ਇਹ ਸਭ ਕੁਝ ਹੋਰ ਕਿਸੇ ਨੂੰ ਨਾ ਦੱਸੀ। ਜਦੋਂ ਭਗਤ ਜੀ ਆਪਣੇ ਘਰ ਖੁਸ਼ੀ-ਖੁਸ਼ੀ ਗਏ ਤਾਂ ਭਗਤ ਜੀ ਦੀ ਮਾਤਾ ਨੇ ਪੁੱਛਿਆ ਕਿ ਨਾਮਦੇਵ, ਠਾਕੁਰ ਜੀ ਨੂੰ ਭੋਗ ਲਵਾ ਆਇਆ ਹੈ? ਤਾਂ ਭਗਤ ਜੀ ਨੇ ਕਿਹਾ, ਹਾਂ ਮਾਤਾ ਜੀ, ਲਵਾ ਆਇਆ ਹਾਂ। ਤਦ ਖਾਲੀ ਬਰਤਨ ਵੇਖ ਕੇ ਕਿਹਾ, ਨਾਮਦੇਵ, ਉਹ ਜੋ ਦੁੱਧ ਸੀ ਤੇ ਬਾਕੀ ਸਾਰੀ ਸਮੱਗਰੀ ਸੀ, ਉਹ ਕਿੱਥੇ ਹੈ? ਤੂੰ ਵਾਪਸ ਘਰ ਲੈ ਕੇ ਕਿਉਂ ਨਹੀਂ ਆਇਆ? ਤਾਂ ਭਗਤ ਜੀ ਨੇ ਕਿਹਾ, ਮਾਤਾ ਜੀ, ਉਹ ਸਭ ਕੁਝ ਤਾਂ ਠਾਕੁਰ ਬਿਠਲ ਭਗਵਾਨ ਜੀ ਨੇ ਗ੍ਰਹਿਣ ਕਰ ਲਿਆ ਹੈ। ਤਾਂ ਮਾਤਾ ਜੀ ਹੈਰਾਨ ਹੋ ਕੇ ਬੋਲੇ ਕਿ ਠਾਕੁਰ ਵੀ ਕਦੇ ਕੁਝ ਖਾਂਦੇ ਹਨ। ਅਜੇ ਇਹ ਸਭ ਗੱਲਾਂ ਹੋ ਹੀ ਰਹੀਆਂ ਸਨ ਕਿ ਭਗਤ ਜੀ ਦੇ ਪਿਤਾ ਜੀ ਵੀ ਆ ਗਏ ਤੇ ਨਾਮਦੇਵ ਜੀ ਨੂੰ ਕਹਿਣ ਲੱਗੇ, ਪੁੱਤਰ, ਤੂੰ ਮੰਦਰ ਜਾ ਕੇ ਠਾਕੁਰ ਜੀ ਨੂੰ ਭੋਗ ਲਵਾ ਆਇਆ ਹੈ? ਤਾਂ ਭਗਤ ਨਾਮਦੇਵ ਜੀ ਨੇ ਕਿਹਾ ਕਿ ਪਿਤਾ ਜੀ, ਮੈਂ ਜੋ ਵੀ ਵਸਤਾਂ ਪ੍ਰਭੂ ਜੀ ਵਾਸਤੇ ਖੜੀਆਂ ਸਨ, ਉਹ ਸਭ ਉਹਨਾਂ ਨੇ ਬੜੇ ਖੁਸ਼ ਹੋ ਕੇ ਸਵੀਕਾਰ ਕਰ ਲਈਆਂ। ਪਹਿਲਾਂ ਤਾਂ ਮੇਰੇ 2 ਵਾਰੀ ਕਹਿਣ ਤੇ ਉਹਨਾਂ ਨੇ ਮੇਰੀ ਕੋਈ ਭੇਟਾ ਪ੍ਰਵਾਨ ਨਾ ਕੀਤੀ, ਪਰ ਜਦੋਂ ਮੈਂ ਤੀਸਰੀ ਵਾਰੀ ਕਿਹਾ ਕਿ ਹੇ ਪ੍ਰਭੂ, ਜੇਕਰ ਤੁਸੀਂ ਮੇਰੀਆਂ ਲਿਆਂਦੀਆਂ ਵਸਤੂਆਂ ਨੂੰ ਭੋਗ ਨਾ ਲਾਇਆ ਤਾਂ ਮੈਂ ਆਪਣੀ ਜਾਨ ਦੇ ਦਿਆਂਗਾ। ਇਸ ਤੇ ਭਗਵਾਨ ਜੀ ਨੇ ਖੁਸ਼ ਹੋ ਕੇ ਮੇਰੀਆਂ ਸਾਰੀਆਂ ਵਸਤੂਆਂ ਗ੍ਰਹਿਣ ਕਰ ਲਈਆਂ ਤੇ ਸਾਰਾ ਹੀ ਬ੍ਰਿਤਾਂਤ ਜੋ ਕੁਝ ਮੰਦਰ ਵਿੱਚ ਵਾਪਰਿਆ ਸੀ ਉਹ ਆਪਣੇ ਪਿਤਾ ਜੀ ਨੂੰ ਕਹਿ ਸੁਣਾਇਆ, ਤੇ ਨਾਲ ਹੀ ਇਹ ਵੀ ਕਿਹਾ ਕਿ ਪਿਤਾ ਜੀ, ਪ੍ਰਭੂ ਨੇ ਕਿਹਾ ਸੀ ਕਿ ਹੁਣ ਤੂੰ ਹੀ ਮੇਰੀ ਪੂਜਾ ਕਰਨ ਵਾਸਤੇ ਰੋਜ਼ ਆਇਆ ਕਰ। ਇਹ ਸਭ ਕੁਝ ਸੁਣ ਕੇ ਦਾਮਸ਼ੇਠ ਜੀ ਬੜੇ ਹੈਰਾਨ ਹੋਏ। ਉਹ ਤੇ ਸਭ ਭੇਟਾ ਪੂਜਾ ਸਭ ਇੱਕ ਪੁਰਾਣੀਆਂ ਰਵਾਇਤਾਂ ਹੀ ਸਮਝਦੇ ਸਨ ਕਿ ਸਮੱਗਰੀ ਤੇ ਦੁੱਧ ਮੰਦਰ ਖੜ ਕੇ ਘੰਟੀ ਖੜਕਾ ਕੇ ਇਹ ਸਭ ਕੁਝ ਠਾਕੁਰ ਜੀ ਦੇ ਚਰਨਾਂ ਵਿੱਚ ਰੱਖਣਾ ਹੀ ਭੋਗ ਲਵਾਉਣਾ ਤੇ ਪੂਜਾ ਹੈ, ਤੇ ਉਸ ਤੋਂ ਉਪਰੰਤ ਉਹ ਸਭ ਕੁਝ ਆਪਣੇ ਘਰ ਨੂੰ ਲੈ ਆਉਣਾ। ਬਸ ਸਭ ਕੁਝ ਇਹੋ ਹੀ ਹੈ। ਉਹਨਾਂ ਨੇ ਭਗਤ ਨਾਮਦੇਵ ਜੀ ਨੂੰ ਕਿਹਾ, ਪੁੱਤਰ, ਮੈਂ ਸਵੇਰੇ ਤੇਰੇ ਨਾਲ ਚੱਲਾਂਗਾ ਤੇ ਵੇਖਾਂਗਾ ਕਿ ਤੂੰ ਠਾਕੁਰ ਜੀ ਨੂੰ ਕਿਸ ਤਰ੍ਹਾਂ ਭੋਗ ਲਵਾਇਆ ਸੀ। ਅਗਲੀ ਸਵੇਰੇ ਨਾਮਦੇਵ ਜੀ ਤੇ ਉਹਨਾਂ ਦੇ ਪਿਤਾ ਜੀ ਇਸ਼ਨਾਨ ਕਰਕੇ ਸਭ ਨਿਵੇਦ ਦੀਆਂ ਵਸਤੂਆਂ ਲੈ ਕੇ ਮੰਦਰ ਪਹੁੰਚ ਗਏ। ਭਗਤ ਨਾਮਦੇਵ ਜੀ ਨੇ ਸਭ ਪੂਜਾ ਕਰਕੇ ਦੁੱਧ ਤੇ ਨਿਵੇਦ ਪ੍ਰਭੂ ਜੀ ਦੇ ਅੱਗੇ ਰੱਖ ਕੇ ਬੇਨਤੀ ਕੀਤੀ ਕਿ ਹੇ ਮੇਰੇ ਬਿਠਲ ਭਗਵਾਨ ਜੀ, ਆਪਣੇ ਦਾਸ ਦੀ ਭੇਟਾ ਪ੍ਰਵਾਨ ਕਰਕੇ ਭੋਗ ਲਾਓ। ਪਰ ਭਗਵਾਨ ਜੀ ਆਪਣੀ ਥਾਂ ਤੋਂ ਜ਼ਰਾ ਨਾ ਹਿੱਲੇ। ਜਦੋਂ ਉਹ ਨਾ ਹਿੱਲੇ ਤਾਂ ਭਗਤ ਨਾਮਦੇਵ ਜੀ ਨੇ ਫੇਰ ਕਿਹਾ, ਹੇ ਮੇਰੇ ਗੋਬਿੰਦ ਗੋਪਾਲ, ਆਪਣੇ ਭਗਤ ਦੀ ਭੇਟਾ ਸਵੀਕਾਰ ਕਰੋ। ਦੂਸਰੀ ਵਾਰੀ ਕਹਿਣ ਤੇ ਪ੍ਰਭੂ ਜੀ ਬੋਲੇ, ਨਾਮਦੇਵ, ਅੱਜ ਮੈਂ ਤੇਰੀ ਕੋਈ ਭੇਟਾ ਪ੍ਰਵਾਨ ਨਹੀਂ ਕਰਨੀ, ਕਿਉਂਕਿ ਅੱਜ ਤੂੰ ਇਕੱਲਾ ਨਹੀਂ ਆਇਆ, ਤੂੰ ਆਪਣੇ ਪਿਤਾ ਜੀ ਨੂੰ ਆਪਣੇ ਨਾਲ ਲੈ ਕੇ ਆਇਆ ਹੈ। ਭਗਤ ਨਾਮਦੇਵ ਜੀ ਕਹਿਣ ਲੱਗੇ, ਹੇ ਭਗਵਾਨ, ਇਹ ਮੇਰੇ ਪਿਤਾ ਜੀ ਹਨ। ਜੇਕਰ ਤੁਸੀਂ ਮੈਨੂੰ ਦਰਸ਼ਨ ਦਿੱਤੇ ਹਨ
ਤਾਂ ਇਹਨਾਂ ਨੂੰ ਵੀ ਮੇਰੇ ਸਾਹਮਣੇ ਦਰਸ਼ਨ ਦੇ ਕੇ ਮੇਰੀ ਭੇਟਾ ਸਵੀਕਾਰ ਕਰੋ, ਨਹੀਂ ਤਾਂ ਇਹ ਮੈਨੂੰ ਰੋਜ਼ ਤੁਹਾਡੀ ਪੂਜਾ ਕਰਨ ਲਈ ਨਹੀਂ ਭੇਜਣਗੇ ਤੇ ਇਹ ਕਹਿਣਗੇ ਕਿ ਤੂੰ ਐਵੇਂ ਝੂਠ ਬੋਲਦਾ ਹੈ ਕਿ ਭਗਵਾਨ ਨੂੰ ਭੋਗ ਲਵਾ ਕੇ ਆਇਆ ਹਾਂ। ਭਗਤ ਨਾਮਦੇਵ ਜੀ ਦੀ ਗੱਲ ਸੁਣ ਕੇ ਪ੍ਰਭੂ ਨੇ ਭਗਤ ਨਾਮਦੇਵ ਜੀ ਤੇ ਉਹਨਾਂ ਦੇ ਪਿਤਾ ਜੀ ਦਾਮ ਸ਼ੇਠ ਨੂੰ ਵੀ ਦਰਸ਼ਨ ਦੇ ਦਿੱਤੇ ਤੇ ਸਾਰੀ ਭੇਟਾ ਪ੍ਰਵਾਨ ਕਰਕੇ ਗ੍ਰਹਿਣ ਕਰ ਲਈ। ਦਾਮ ਸ਼ੇਠ ਨੇ ਪ੍ਰਭੂ ਜੀ ਕੋਲੋਂ ਮਾਫੀ ਮੰਗੀ ਤੇ ਕਿਹਾ, ਹੇ ਪ੍ਰਭੂ, ਮੈਂ ਕਿੰਨਾ ਚਿਰ ਤੁਹਾਡੀ ਪੂਜਾ ਕਰਦਾ ਰਿਹਾ ਤੇ ਤੁਸੀਂ ਮੈਨੂੰ ਦਰਸ਼ਨ ਨਹੀਂ ਦਿੱਤੇ, ਪਰ ਨਾਮਦੇਵ ਨੂੰ ਤੁਸੀਂ ਪਹਿਲੇ ਦਿਨ ਹੀ ਦਰਸ਼ਨ ਦੇ ਕੇ ਉਸ ਦੀ ਭੇਟਾ ਸਵੀਕਾਰ ਕਰ ਲਈ ਹੈ। ਮੈਂ ਕਿੱਡਾ ਭਾਗਾਂ ਵਾਲਾ ਹਾਂ ਜੋ ਨਾਮਦੇਵ ਸਦਕਾ ਤੁਹਾਡੇ ਦਰਸ਼ਨ ਕਰ ਰਿਹਾ ਹਾਂ। ਪ੍ਰਭੂ ਜੀ ਨੇ ਦਾਮ ਸ਼ੇਠ ਨੂੰ ਕਿਹਾ ਕਿ ਇਹ ਸਭ ਗੱਲਾਂ ਲੋਕਾਂ ਵਿੱਚ ਨਾ ਕਰਿਓ। ਫਿਰ ਭਗਤ ਨਾਮਦੇਵ ਜੀ ਦੇ ਪਿਤਾ ਜੀ ਦਾਮ ਸ਼ੇਠ ਨੇ ਕਿਹਾ, ਪ੍ਰਭੂ ਜੀ, ਇਹ ਸਭ ਤੁਹਾਡੇ ਚੋਜ ਹਨ, ਇਹ ਸਭ ਮੈਂ ਕਿਵੇਂ ਛੁਪਾ ਕੇ ਰੱਖ ਸਕਦਾ ਹਾਂ? ਜੇਕਰ ਪਹਿਲਾਂ ਤੁਹਾਡੇ ਕੋਲ ਤੱਕ ਨਹੀਂ ਛੁਪ ਸਕੇ ਤਾਂ ਇਹ ਹੁਣ ਕਿਵੇਂ ਛੁਪ ਸਕਦੇ ਹਨ? ਦਾਮ ਸ਼ੇਠ ਪ੍ਰਭੂ ਜੀ ਨੂੰ ਨਮਸਕਾਰ ਕਰਕੇ ਨਾਮਦੇਵ ਜੀ ਨਾਲ ਆਪਣੇ ਘਰ ਆ ਗਏ ਤੇ ਸਾਰੀ ਵਾਰਤਾ ਆਪਣੀ ਘਰਵਾਲੀ ਨੂੰ ਦੱਸ ਕੇ ਕਿਹਾ, ਆਪਣਾ ਨਾਮਦੇਵ ਕੋਈ ਆਮ ਬੱਚਾ ਨਹੀਂ, ਪ੍ਰਭੂ ਦੀ ਭਗਤੀ ਵਾਲਾ ਭਗਤ ਹੈ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਪਰਮਾਤਮਾ ਨੇ ਭਗਤ ਨਾਮਦੇਵ ਜੀ ਦੀ ਭਗਤੀ, ਸ਼ਰਧਾ ਤੇ ਪ੍ਰੇਮ ਵੇਖ ਕੇ ਉਹਨਾਂ ਨੂੰ ਦਰਸ਼ਨ ਦਿੱਤੇ। ਸਾਧ ਸੰਗਤ ਜੀ, ਅੱਜ ਵੀ ਜੇ ਕੋਈ ਸਿੱਖ ਬੜੇ ਪ੍ਰੇਮ ਤੇ ਸ਼ਰਧਾ ਨਾਲ ਉਸ ਵਾਹਿਗੁਰੂ ਦਾ ਧਿਆਨ ਧਰ ਕੇ ਉਸ ਦੀ ਆਰਾਧਨਾ ਕਰਦਾ ਹੈ, ਆਪਣੇ ਨਿਤਨੇਮ ਵਿੱਚ ਪੱਕਾ ਹੈ ਤੇ ਬੜੇ ਚੰਗੇ ਕਰਮ ਕਰਦਾ ਹੈ, ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦਾ ਤੇ ਆਪਣੀ ਕਿਰਤ ਦੀ ਕਮਾਈ ਕਰਕੇ ਖਾਂਦਾ ਹੈ, ਉਸ ਨੂੰ ਵੀ ਅੱਜ ਪਰਮਾਤਮਾ ਦੇ ਦਰਸ਼ਨ ਹੋ ਸਕਦੇ ਹਨ ਤੇ ਹੁੰਦੇ ਹਨ। ਇਹ ਗੱਲਾਂ ਗੁਪਤ ਰੱਖਣ ਵਾਲੀਆਂ ਹੁੰਦੀਆਂ ਹਨ। ਜੇ ਅਸੀਂ ਕਿਸੇ ਨੂੰ ਦੱਸ ਦਈਏ ਫਿਰ ਦਰਸ਼ਨ ਹੋਣੇ ਬੰਦ ਵੀ ਹੋ ਜਾਂਦੇ ਹਨ। ਸੋ ਸਾਧ ਸੰਗਤ ਜੀ, ਇਹ ਸਭ ਗੁਪਤ ਗੱਲਾਂ ਹਨ। ਹਰ ਗੁਣ ਕਹਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਪਰਮਾਤਮਾ ਦੇ ਦਰਸ਼ਨ ਹੋਣਾ ਇਹ ਉਹ ਸਵਾਦ ਹੈ ਜੋ ਦੱਸਿਆ ਨਹੀਂ ਜਾ ਸਕਦਾ, ਜੋ ਪਰਮਾਤਮਾ ਦੇ ਗੁਣ ਗਾਉਂਦਿਆਂ ਆਉਂਦਾ ਹੈ। ਜਿਵੇਂ ਗੂੰਗੇ ਮਨੁੱਖ ਦੀ ਖਾਧੀ ਮਠਿਆਈ ਦਾ ਸਵਾਦ ਕਿਸੇ ਹੋਰ ਨੂੰ ਪਤਾ ਨਹੀਂ ਲੱਗ ਸਕਦਾ, ਕਿਉਂਕਿ ਗੂੰਗਾ ਦੱਸ ਨਹੀਂ ਸਕਦਾ। ਇਹ ਰਤਨ ਨਾਮ ਵਾਹਿਗੁਰੂ ਜਪਦਿਆਂ ਜੀਵ ਨੂੰ ਸੁੱਖ ਮਿਲਦਾ ਹੈ, ਸੁਣਦਿਆਂ ਕੰਨਾਂ ਨੂੰ ਸੁੱਖ ਮਿਲਦਾ ਹੈ ਤੇ ਚੇਤਦਿਆਂ ਚਿੱਤ ਨੂੰ ਸੁੱਖ ਪ੍ਰਾਪਤ ਹੁੰਦਾ ਹੈ। ਇੱਕ ਸਮਾਂ ਇਹੋ ਜਿਹਾ ਆ ਜਾਂਦਾ ਹੈ ਕਿ ਨਾਮ ਸਿਮਰਦਿਆਂ ਸਾਰੇ ਪਾਸੇ ਜਿੱਧਰ ਵੀ ਤੱਕਦਾ ਹੈ ਪਰਮਾਤਮਾ ਨੂੰ ਹੀ ਵੇਖਣ ਲੱਗ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।